ਗਰੀਬ ਆਵਾਮ ਵਿਚਾਰੀ ਅੱਗੇ ਹੀ ਇੰਨੀ ਗੁਰਬਤ ਦਾ ਸ਼ਿਕਾਰ, ਅਸੀਂ ਗੁਰਬਤ ਦੇ ਨਿਚਲੇ ਦਰਜੇ ਦਾ ਸ਼ਿਕਾਰ ਲੋਕ ਆ। ਅਸੀਂ ਉਹ ਲਾਈਫ ਜੀ ਰਹੇ ਹਾਂ ਜਿਹੜੀ ਗੁਰਬਤ ਉਹ ਵੀ ਥੱਲੇ ਦੇ ਲੋਕ ਜੀਂਦੇ ਨੇ। ਘਰ ਦੀ ਰੋਟੀ ਪੂਰੀ ਕਰੇਗਾ ਜਾਂ ਕਿਰਾਏ ਪੂਰੇ ਕਰੇਗਾ? ਤੁਸੀਂ ਆਪ ਦੱਸੋ। ਤੁਹਾਡੇ ਸਾਹਮਣੇ ਸਾਰਾ ਕੁਝ, ਕਿਰਾਇਆ ਹੀ ਇੰਨਾ ਜ਼ਿਆਦਾ ਵਾ ਕਿ ਤੁਸੀਂ ਕੁਝ ਨਹੀਂ ਕਰ ਸਕਦੇ। ਮਰੀਮ ਨਵਾਜ਼ ਦੇ ਅੱਗੇ ਸਾਡੀ ਰਿਕੁਐਸਟ ਹੀ ਹੈਗੀ ਹੈ ਕਿ ਚਲੋ ਗਰੀਬ ਦਾ ਅਗਰ ਜੇ ਸਰਕਟ ਚੱਲ ਰਿਹਾ ਨਾ ਤੇ ਚੱਲਣ ਦੇਣਾ ਚਾਹੀਦਾ। अस्सलाम वालेकुम, मैं मौसम जट ते अज असी गल करांगे फैसलाबाद दे विच फ्री जिहड़ी सर्विस चलदी सी। वज़ीर आला पंजाब ने फ्री सर्विस चलाई सी पेट्रोल महंगा होने की वजह तो। इलैक्ट्रिक बस ही सिर्फ फैसलाबाद चलदी सी जिहड़ी बिल्कुल फ्री सी, लेकिन अज तो ओहदा किराया लगा दिता गया वा। इहदे हवाले नाल साडे नाल असीं गलबात करांगे कि किराया तो लगा दिता, बेशक थोड़ा किराया वा, लेकिन जिहदे कोल ना होवे ओहदे वास्ते कितनी मुश्किल हैगी आ। अच्छा जी मैडम दस्सिओ जरा कि ਜਿਹੜਾ ਕਿਰਾਇਆ ਬੱਸਾਂ ਦਾ, ਇਲੈਕਟ੍ਰਿਕ ਬੱਸ ਫੈਸਲਾਬਾਦ ਫ੍ਰੀ ਚੱਲਦੀ ਸੀ, ਅੱਜ ਉਹਦੇ ਤੇ ਕਿਰਾਇਆ ਲਾ ਦਿੱਤਾ। ਇਹਦੇ ਹਵਾਲੇ ਨਾਲ ਤੁਸੀਂ ਕੀ ਕਹਿੰਦੇ ਹੋ? ਗਰੀਬ ਆਵਾਮ ਜਿਹੜੀ ਉਹਦੇ ਸਫ਼ਰ ਕਰਦੀ ਸੀ ਉਹਨਾਂ ਵਾਸਤੇ ਕੀ ਮੁਸ਼ਕਲ ਹੋਏਗੀ? ਫਸਟ ਆਫ ਆਲ ਤੇ ਜਿਹੜੇ ਸਟੂਡੈਂਟ ਹੈਗੇ ਸੀ ਉਹਨਾਂ ਵਾਸਤੇ ਬਹੁਤ ਵੱਡੀ ਪ੍ਰੋਬਲਮ ਆਈ ਹੈ, ਕਿਉਂਕਿ ਸਟੂਡੈਂਟ ਘਰੋਂ ਬੈਗ ਚੁੱਕਦੇ ਸੀ, ਬੱਸ ਚਾਣ ਕੇ ਬਹਿੰਦੇ ਸੀ, ਜਿੱਥੇ ਜਿੱਥੇ ਉਹਨਾਂ ਨੇ ਜਾਣਾ ਸੀ ਉਤਰ ਜਾਂਦੇ ਸੀ। ਚਲੋ ਬੇਸ਼ੱਕ ਥੋੜਾ ਹੀ ਸਹੀ, ਲੇਕਿਨ ਉਹਨਾਂ ਨੂੰ ਰਿਲੀਫ ਜ਼ਰੂਰ ਸੀ। ਉਸ ਤੋਂ ਇਲਾਵਾ ਫਿਰ ਜਿਹੜੇ ਲੋਕ, ਜਿਹੜੀਆਂ ਫੀਮੇਲ ਸੀਗੀਆਂ, ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਸੀਗੀਆਂ, ਇਸ ਗੱਡੀ ਦੇ ਇੱਕ ਤੇ ਉਹਨਾਂ ਨੂੰ ਇਹ ਫਾਇਦਾ ਵੀ ਸੀਗਾ ਕਿ ਇਹਦੇ ਵਿੱਚ ਮੇਲ ਅਲੱਗ ਫੀਮੇਲ ਅਲੱਗ ਆਣ ਕੇ ਆਰਾਮ ਸਕੂਨ ਨਾਲ, ਭਾਵੇਂ ਉਹਨਾਂ ਨੂੰ ਖੜਾ ਵੀ ਹੋਣਾ ਪੈਂਦਾ ਸੀ, ਖੜਾ ਹੋ ਕੇ ਵੀ ਸਫ਼ਰ ਕਰ ਲੈਂਦੀਆਂ ਸੀ। ਉਹਨਾਂ ਨੂੰ ਇਹ ਸੀ ਅਸੀਂ ਲੋਕਾਂ ਦੇ ਘਰਾਂ 'ਚ ਕੰਮ ਕਰਨਾ, ਚਲੋ ਫ੍ਰੀ ਦਾ ਸਫ਼ਰ ਤੇ ਹੈ ਨਾ, ਇਹ ਪੈਸੇ ਤੇ ਬਚਦੇ ਨਾ। ਉਹਨਾਂ ਨੂੰ ਹੁਣ ਇਹ ਵੀ ਪੈਸੇ ਦੇਣੇ ਪੈ ਗਏ। ਫਿਰ ਜਿਹੜੇ ਮਜ਼ਦੂਰ ਦਿਹਾੜੀਦਾਰ ਤਬਕਾ, ਇਹਦੀ ਵਜ੍ਹਾ ਤੋਂ ਉਹਨਾਂ ਦਾ ਚਲੋ ਜਿੰਨਾ ਵੀ ਪੈਸਾ ਹੈ, ਲੇਕਿਨ ਉਹਨਾਂ ਨੂੰ ਰਿਲੀਫ ਜ਼ਰੂਰ ਸੀ। ਇਸ ਵਜ੍ਹਾ ਤੋਂ ਮਰੀਮ ਨਵਾਜ਼ ਦੇ ਅੱਗੇ ਸਾਡੀ ਰਿਕੁਐਸਟ ਹੀ ਹੈਗੀ ਹੈ ਕਿ ਚਲੋ ਗਰੀਬ ਦਾ ਅਗਰ ਜੇ ਸਰਕਟ ਚੱਲ ਰਿਹਾ ਨਾ ਤੇ ਚੱਲਣ ਦੇਣਾ ਚਾਹੀਦਾ। ਬਿਲਕੁਲ ਚੱਲਣ ਦੇਣਾ ਚਾਹੀਦਾ। ਅੱਛਾ ਫੈਸਲਾਬਾਦ ਦੇ ਵਿੱਚ ਵੈਸੇ ਇਲੈਕਟ੍ਰਿਕ ਬੱਸਾਂ ਵੀ ਥੋੜੀਆਂ ਜਿਹੀਆਂ, ਇੰਨੀਆਂ ਜ਼ਿਆਦਾ ਨਹੀਂ, ਹਾਲਾਂਕਿ 100 ਬੱਸਾਂ ਦਾ ਕਿਹਾ ਗਿਆ ਸੀਗਾ ਤੇ ਫੈਸਲਾ ਡਿਜ਼ਾਇਰ ਦਾ ਕਹਿਣਾ ਕੋਈ 30 ਤੋਂ 40 ਬੱਸਾਂ ਚੱਲਦੀਆਂ ਪਈਆਂ, ਉਹ ਵੀ 10 ਖੜੀਆਂ ਰਹਿੰਦੀਆਂ ਵਾ, ਕੋਈ 20-25 ਚੱਲਦੀਆਂ ਵਾ, ਉਹ ਵੀ 1-2 ਰੂਟ ਆ, ਬਾਕੀ ਰੂਟਾਂ ਤੇ ਨਹੀਂ ਚੱਲਦੀਆਂ। ਲੋਕ ਕਹਿੰਦੇ ਸਾਡੇ ਰੋਡ ਤੇ ਨਹੀਂ ਚੱਲਦੀ, ਲੋਕਾਂ ਨੂੰ ਉਹ ਵੀ ਬੜੇ ਮਸਾਇਲ ਹੈਗੇ। ਇਸੇ ਵਜ੍ਹਾ ਤੋਂ ਤੇ ਅੰਨੇਵਾਹ ਰਸ਼ ਹੀ ਗਏ ਇਹਨਾਂ ਗੱਡੀਆਂ ਦੇ ਵਿੱਚ। ਬਾਕੀ ਚਲੋ ਚੱਲ ਤੇ ਰਹੀਆਂ ਸੀਗਾ ਨਾ, ਲੇਕਿਨ ਇਹਨਾਂ ਨੇ ਇਹ ਵੀ ਕਿਹਾ ਸੀਗਾ ਸੀ ਕਿ ਇੰਨੇ ਟਾਈਮ ਪੀਰੀਅਡ ਤੱਕ ਫ੍ਰੀ ਚਲਾਵਾਂਗੇ, ਉਹ ਵੀ ਟਾਈਮ ਤੋਂ ਪਹਿਲੇ ਹੀ ਇਹਨਾਂ ਨੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਨੇ। ਗਰੀਬ ਆਵਾਮ ਵਿਚਾਰੀ ਅੱਗੇ ਹੀ ਇੰਨੀ ਗੁਰਬਤ ਦਾ ਸ਼ਿਕਾਰ, ਅਸੀਂ ਗੁਰਬਤ ਦੇ ਨਿਚਲੇ ਦਰਜੇ ਦਾ ਸ਼ਿਕਾਰ ਲੋਕ ਆ। ਅਸੀਂ ਉਹ ਲਾਈਫ ਜੀ ਰਹੇ ਹਾਂ ਜਿਹੜੀ ਗੁਰਬਤ ਉਹ ਵੀ ਥੱਲੇ ਦੇ ਲੋਕ ਜੀਂਦੇ ਨੇ। ਤੇ ਸਾਡੇ ਲੋਕਾਂ ਵਾਸਤੇ ਤੇ ਅਸੀਂ ਹਾਂਡੀ ਰੋਟੀ ਕਰਨਾ ਹੀ ਬਹੁਤ ਮੁਸ਼ਕਿਲ ਹੋ ਗਿਆ। ਓਬਵੀਅਸਲੀ ਹਰ ਚੀਜ਼ ਇੰਨੀ ਮਹਿੰਗੀ ਹੈਗੀ ਹੈ, ਉਤੋਂ ਫਿਰ ਇਹ ਸਾਰਾ ਜਿਹੜਾ ਸਿਨੈਰੀਓ ਹੈ ਇਹਦਾ, ਹਰ ਚੀਜ਼ ਦਾ ਅਸੀਂ ਟੈਕਸ ਪੇ ਕਰਨਾ ਹੈ। ਅਸੀਂ ਇੱਕ ਸਬਜ਼ੀ ਵੀ ਲੈ ਕੇ ਆਣੀ ਹੈ ਤੇ ਉਹਦੇ ਤੇ ਵੀ ਟੈਕਸ ਹੀ ਹੈ। ਬਾਕੀ ਹੁਕੂਮਤ ਨੂੰ ਸਾਡਾ ਸਾਥ ਦੇਣਾ ਚਾਹੀਦਾ। ਹਕੂਮਤ ਨੂੰ ਸਾਡਾ ਸਾਥ ਦੇਣਾ ਚਾਹੀਦਾ। ਅੱਛਾ ਤੁਸੀਂ ਕੀ ਕਹਿੰਦੇ ਜੇ? ਕਿਉਂਕਿ ਬੱਸਾਂ ਦਾ ਕਿਰਾਇਆ ਅੱਜ ਤੋਂ ਸ਼ੁਰੂ ਕਰ ਦਿੱਤਾ ਵਾ, ਇਲੈਕਟ੍ਰਿਕ ਬੱਸਾਂ ਜਿਹੜੀਆਂ ਫੈਸਲਾਬਾਦ ਬਿਲਕੁਲ ਫ੍ਰੀ ਚੱਲਦੀਆਂ ਸੀ, ਕੀ ਤੁਹਾਡਾ ਖਿਆਲ ਹੈ ਕਿੰਨੀ ਕੁ ਮੁਸ਼ਕਲ ਹੁੰਦੀ ਹੋਣੀ ਆ, ਖਾਸ ਤੌਰ ਤੇ ਜਿਹੜੀਆਂ ਕੁੜੀਆਂ ਜਿਹੜੀਆਂ ਸਫ਼ਰ ਕਰਦੀਆਂ ਸੀਗੀਆਂ, ਆਪਣੇ ਆਪ ਨੂੰ ਸੇਫ ਸਮਝ ਕੇ ਉਹਦੇ ਵਿੱਚ ਬਹਿੰਦੀਆਂ ਸੀਗੀਆਂ? ਕਿਉਂਕਿ ਮੁੰਡੇ ਅਲੱਗ ਹੁੰਦੇ ਸੀ, ਕੁੜੀਆਂ ਅਲੱਗ ਹੁੰਦੇ ਸੀ, ਮਸਲਾ ਮਸਾਇਲ ਨਹੀਂ ਹੁੰਦਾ, ਸਟੂਡੈਂਟ ਸਕੂਲ ਜਾਂਦੇ ਸੀ ਜਾਂ ਕਾਲਜ ਜਾਂਦੀਆਂ ਸੀ, ਕਿਹੜੇ ਕਿਹੜੇ ਮਸਲੇ ਹੋਣਗੇ? ਜ਼ਾਹਿਰ ਜੀ ਗੱਲ ਆ, ਸਭ ਤੋਂ ਪਹਿਲੇ ਤੇ ਮਜ਼ਦੂਰ ਤਬਕੇ ਨੂੰ ਇਫੈਕਟ ਹੋਣਾ। ਸਾਡਾ ਬਜਟ ਵੀ ਆਊਟ ਹੋ ਗਿਆ, ਠੀਕ ਹੈ, ਬਜਟ ਵੀ ਆਵਾਮ ਦੇ ਹੱਕ 'ਚ ਨਹੀਂ ਹੈ। ਆਵਾਮ ਜਿਹੜੀ ਪਹਿਲੇ ਹੀ ਪਿਸੀ ਹੋਈ ਮਸਲਿਆਂ ਮਸਾਇਲ 'ਚ, हुकूमत किसी भी तरह तावन नहीं कर रही, ना ही वो देख रही है कि मैं किस तरह रिलीफ देवां। ठीक है, पेट्रोल की कीमत तुहाडे सामने है। हुण ये जिहड़ी इलैक्ट्रिक बस आ, ये इन्होंने किराए वधा दिते ने। ठीक है, जिहड़े पहले इहदे विच सफ़र कर रहे सी, हुण वो सफ़र नहीं कर सकते। डेफिनेटली वो इस तो सफ़र कर रहे सी, उन्हां नूं एक सहूलत सी। ठीक है, हुण जिहड़े बच्चे आ गए या बच्चियां आ गईयां, वो सेफ सी, उन्हां लई एक स्पैसीफिक इन्हां ने पोर्शन बनाया होया सी, कोई भी उन्हां नूं टच नहीं कर सकता सी। वो जांदियां सी यूनीवर्सिटी, एक तहफ़ुज़ नाल जा रहीआं सी। हुकूमत आवाम नूं रिलीफ दे रही, लेकिन अपनी हद तक। जिस तरह तुसीं कहा कि पहले भी बसां चा रहीआं सी, लेकिन बसां दी तादाद थोड़ी सी। ठीक है, इसे तरह जे हुकूमत ने आवाम नूं रिलीफ देना तो पूरी तरह रिलीफ देण, ताकि वो आवाम रिलीफ यूज़ कर सके। ठीक है, हुकूमत किसी भी तरह आवाम की तकलीफ नहीं समझ रही ਤੇ हुकूमत ਨੂੰ ਚਾਹੀਦਾ ਉਹਦੇ ਨਾਲ ਤਾਵਨ ਕਰਨ। ਬਿਲਕੁਲ हुकूमत ਨੂੰ ਚਾਹੀਦਾ ਉਹਦੇ ਨਾਲ ਤਾਵਨ। ਅੱਛਾ ਕਿਰਾਇਆ ਵੈਸੇ ਹੈ 20 ਰੁਪਏ ਆ, ਲੇਕਿਨ ਗੱਲ ਇਹ ਕਿ ਜਿਹੜਾ ਇੱਕ ਮਜ਼ਦੂਰ ਆ ਜਿਹਦੀ ਕੋਈ 1000 ਰੁਪਏ 800 ਰੁਪਏ ਦਿਹਾੜੀ ਹੈਗੀ ਆ, ਉਹਦੇ ਕੋਲ ਰੁਪਈਆ ਵੀ ਕੋਲ ਨਾ ਹੋਵੇ ਤੇ ਬੱਸ ਵਾਲੇ ਨੇ ਤੈਨੂੰ ਨਹੀਂ ਬਿਠਾਣਾ ਹੈਗਾ। ਜ਼ਾਹਿਰ ਜੀ ਗੱਲ ਆ, ਉਹ ਕਿਸ ਤਰ੍ਹਾਂ ਉਹ ਘਰ ਦੀ ਰੋਟੀ ਪੂਰੀ ਕਰੇਗਾ ਜਾਂ ਕਿਰਾਏ ਪੂਰੇ ਕਰੇਗਾ? ਤੁਸੀਂ ਆਪ ਦੱਸੋ। ਤੁਹਾਡੇ ਸਾਹਮਣੇ ਸਾਰਾ ਕੁਝ, ਕਿਰਾਇਆ ਹੀ ਇੰਨਾ ਜ਼ਿਆਦਾ ਵਾ ਕਿ ਤੁਸੀਂ ਕੁਝ ਨਹੀਂ ਕਰ ਸਕਦੇ। ਚਲੋ ਇਸ ਤਰ੍ਹਾਂ ਲੋਕੀ ਆਪਣੇ ਕੰਮ ਤੇ ਜਾ ਰਹੇ ਸੀ ਨਾ, ਉਹ ਇਹਨੂੰ ਯੂਜ਼ ਤੇ ਕਰ ਰਹੇ ਸੀ, ਇਹਦੇ ਨਾਲ ਜਿਹੜਾ ਉਹਨਾਂ ਨੂੰ ਕੁਛ ਨਾ ਕੁਛ ਤੇ ਰਿਲੀਫ ਆ ਰਿਹਾ ਸੀ ਨਾ, ਲੇਕਿਨ ਹੁਣ ਉਹ ਵੀ ਖਤਮ ਹੋ ਗਿਆ।
ਉਹੀ 20 ਰੁਪਏ ਉਹਨਾਂ ਦੇ ਕਿਸੇ ਨਾ ਕਿਸੇ ਆਮ ਜ਼ਿੰਦਗੀ 'ਚ ਇਸਤੇਮਾਲ ਹੋ ਰਹੇ ਸੀ। ਠੀਕ ਆ, ਬਹੁਤ ਸ਼ੁਕਰੀਆ। ਲੋ ਤੁਸੀਂ ਵੇਖਿਆ ਕਿ ਫੈਸਲਾਬਾਦ ਦੇ ਜਿਹੜੇ ਰਹਿਣ ਵਾਲੇ ਲੋਕ ਆ ਨਾ ਉਹ ਇਸ ਗੱਲ ਤੋਂ ਬੜੇ ਪਰੇਸ਼ਾਨ ਹੈਗੇ ਆ, ਕਿਉਂਕਿ ਫੈਸਲਾਬਾਦ ਦੇ ਵਿੱਚ ਜਿਹੜਾ ਬੱਸਾਂ ਦਾ ਕਿਰਾਇਆ ਸੀਗਾ ਉਹ ਬਿਲਕੁਲ ਪਹਿਲੇ ਨਹੀਂ ਹੈ ਸੀਗਾ, ਵਜ਼ੀਰ-ਆਲਾ ਪੰਜਾਬ ਨੇ ਖਤਮ ਕਰ ਦਿੱਤਾ ਸੀਗਾ। ਲੇਕਿਨ ਹੁਣ ਜਿਹੜਾ ਬੱਸਾਂ ਦਾ ਕਿਰਾਇਆ ਵਾ 20 ਰੁਪਏ ਕਿਰਾਇਆ ਲੈਣਾ ਸ਼ੁਰੂ ਕਰ ਦਿੱਤਾ ਵਾ। ਹੁਣ ਇਹਦੇ ਤੇ ਆਵਾਮ ਦੀ ਜੋ ਰਾਏ ਸੀ ਮੈਂ ਤੁਹਾਨੂੰ ਦੱਸ ਦਿੱਤੀ ਆ, ਲੇਕਿਨ ਅਗਰ ਹੋਰ ਥੋੜਾ ਟਾਈਮ ਇਹਨੂੰ ਫ੍ਰੀ ਬੱਸ ਨੂੰ ਚਲਾ ਦਿੱਤਾ ਜਾਂਦਾ ਤੇ ਆਵਾਮ ਨੇ ਰਾਜ਼ੀ ਹੋ ਜਾਣਾ ਸੀਗਾ। ਖੈਰ ਹਕੂਮਤ ਦੇ ਫੈਸਲੇ ਆ, ਹਕੂਮਤ ਜੋ ਫੈਸਲੇ ਕਰਦੀ ਆ ਅੱਛੇ ਵਾਸਤੇ ਹੀ ਕਰਦੀ ਆ।